ਪੀਟੀਸੀ ਨਿਊਜ਼ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਅਹੂਜਾ। ਅੱਜ ਲੈ ਕੇ ਆਏ ਲੋਕ ਸਭਾ ਚੋਣਾਂ ਦੀਆਂ ਚਰਚਾ ਕਰਾਂਗੇ। ਚੋਣ ਚਰਚਾ ਅੱਜ ਅਸੀਂ ਤੁਹਾਨੂੰ ਬੁਲਾਵਾਂਗੇ ਪੰਜਾਬ ਦੀ ਮੋਸਟ ਪਾਵਰਫੁਲ ਲੇਡੀ। ਜੀ ਹਾਂ, ਮੇਰੀ ਮੁਰਾਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ ਹੈ। ਮਹਾਰਾਣੀ ਸਾਹਿਬ, ਤੁਹਾਡਾ ਪੀਟੀਸੀ ਨਿਊਜ਼ 'ਚ ਬਹੁਤ ਬਹੁਤ ਸਵਾਗਤ ਹੈ। ਸਾਨੂੰ ਟਾਈਮ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ? ਪਹਿਲੇ ਧੰਨਵਾਦ ਤੁਹਾਡਾ। ਲੋਕ ਸਭਾ ਚੋਣਾਂ ਦੀ ਹਰ ਵਕਤ ਬਹੁਤ ਜ਼ੋਰ ਸ਼ੋਰ ਨਾਲ ਤਿਆਰੀਆਂ ਹੁੰਦੀਆਂ ਨੇ, ਉਸੇ ਤਰੀਕੇ ਦੇ ਨਾਲ ਐਤਕੀ ਵੀ ਹੋ ਰਹੀਆਂ ਨੇ। ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ। ਨੋਮੀਨੇਸ਼ਨ ਤੁਸੀਂ ਇੱਕ ਅੱਧਾ ਦਿਨ 'ਚ ਫਾਈਲ ਕਰ ਦੋਗੇ। ਹਾਂਜੀ। ਕਿੰਨੀ ਕੁ ਸਪੋਰਟ ਤੁਹਾਨੂੰ ਇਲਾਕੇ 'ਚੋਂ ਮਿਲ ਰਹੀ ਹੈ, ਹਲਕੇ 'ਚੋਂ ਮਿਲ ਰਹੀ ਹੈ? ਬਹੁਤ ਵਧੀਆ ਤਰੀਕੇ ਦੀ ਸਪੋਰਟ ਮਿਲ ਰਹੀ ਹੈ, ਬਹੁਤ ਹੁੰਗਾਰਾ ਮਿਲ ਰਿਹਾ ਹੈ। ਦੂਜੀ ਪਾਰਟੀਆਂ ਦੇ ਵੀ, ਚਾਹੇ ਅਕਾਲੀ ਦਲ ਦੇ ਹੋਣ ਚਾਹੇ ਆਪ ਦੇ ਹੋਣ, ਨਾਲ ਜੁਆਇਨ ਕਰ ਰਹੇ ਨੇ। ਔਰ ਅੱਜ ਤੱਕ ਜੋ ਮੇਰੇ ਖਿਆਲ 'ਚ 2/3 ਹਿੱਸਾ ਮੈंने ਕਵਰ ਕਰ ਲਿਆ ਹੈ, ਤਾਂ ਬਹੁਤ ਮੇਰੇ 'ਚ ਕੌਨਫੀਡੈਂਸ ਹੈ ਕਿ ਮੈਨੂੰ ਵੋਟਾਂ ਪਾਉਣਗੇ ਲੋਕ। ਪੰਜਵੀਂ ਵਾਰ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਹੈਗੇ ਹੋ। ਤੀਜੀ ਵਾਰ ਜਾਂ ਦੂਜੀ ਵਾਰ ਤੁਸੀਂ ਮੰਤਰੀ ਵੀ ਬਣੇ ਸੀ, ਵਿਦੇਸ਼ ਮੰਤਰੀ। ਤੀਜੀ ਵਾਰ ਥਰਡ ਟਰਮ 'ਚ ਕਿੰਨੇ ਕੁ ਅਸੀਂ ਕਹਿ ਸਕਦੇ ਹਾਂ ਲੋਕਾਂ ਨੂੰ ਦੱਸਣ ਵਾਸਤੇ ਤੁਸੀਂ ਦੱਸ ਰਹੇ ਹੋ ਵੀ ਕਿੰਨਾ ਕੁ ਤੁਸੀਂ ਕੰਮ ਵਿਦੇਸ਼ ਰਾਜ ਮੰਤਰੀ ਦੇ ਤੌਰ 'ਤੇ ਪੰਜਾਬ ਦੇ ਲਈ ਕੀਤਾ? ਬਹੁਤ ਕੀਤਾ, ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਪੰਜਾਬੀ ਡਾਇਸਪੋਰਾ ਹੈ ਉਹ ਬਹੁਤ ਜ਼ਿਆਦਾ ਹੈਗਾ। 2-3 ਇੰਸੀਡੈਂਟਸ ਮੈਂ ਦੱਸ ਦੂੰਗੀ ਤੁਹਾਨੂੰ। ਪਲੀਜ਼ ਕੋਈ ਗੱਲ ਨਹੀਂ। ਇੱਕ ਤਾਂ ਇਟਲੀ ਦੇ ਵਿੱਚ PR ਸ਼ਿਪ ਸ਼ੁਰੂ ਹੋਈ ਥੀ, ਔਰ 1 ਮਹੀਨੇ ਦੇ ਵਿੱਚ, ਤਾਂ ਜਦ ਤੱਕ ਮੈਨੂੰ ਪਤਾ ਚੱਲਿਆ ਉਦੋਂ 20 ਦਿਨ ਰਹਿ ਗਏ ਸੀ। ਔਰ ਡਾਕਟਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਸੀ, ਉਹਨਾਂ ਦੀ ਔਰ ਸੋਨੀਆ ਜੀ ਦੀ ਹੈਲਪ ਦੇ ਨਾਲ ਅਸੀਂ ਇੱਥੋਂ ਪੰਜਾਬ ਤੋਂ ਭੇਜੇ, ਆਪਣੇ ਪਾਸਪੋਰਟ ਆਫਿਸ ਤੋਂ, ਔਰ ਗੁਰਦੁਆਰਿਆਂ ਦੇ ਵਿੱਚ ਕੈਂਪ ਲਗਾ ਕੇ ਮੇਰੇ ਖਿਆਲ 'ਚ 18,000 ਫੈਮਲੀਜ਼ ਦੀ PR ਕਰਵਾਈ। ਉਸ ਦੇ ਬਾਵਜੂਦ ਬੈਨਗਾਜ਼ੀ ਇੱਕ ਜਗ੍ਹਾ ਹੈਗੀ ਹੈ ਲਿਬੀਆ ਦੇ ਵਿੱਚ, ਉੱਥੇ ਕੋਈ 800 ਬੰਦਾ ਇੱਕ ਇੰਡੋਨੇਸ਼ੀਅਨ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ। ਉਹ ਕੰਪਨੀ ਬੰਦ ਹੋ ਗਈ, ਔਰ 600 ਪੰਜਾਬ ਤੋਂ ਥੀ, 200 ਕੇਰਲਾ ਤੋਂ ਥੀ। ਸੌਰੀ 1400 ਸੀ, 800 ਔਰ 600। ਔਰ ਮੈਨੂੰ ਇੱਕ ਦਿਨ ਮਿਸਡ ਕਾਲ ਆਈ 1-2, ਮੈਂ ਵਾਪਸ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਲਿਬੀਆ ਤੋਂ ਬੋਲ ਰਹੇ ਹਾਂ ਤੇ ਅਸੀਂ ਬਹੁਤ ਬੁਰੀ ਹਾਲਤ 'ਚ ਹਾਂ, ਸਾਡੇ ਕੋਲ ਨਾ ਪੀਣ ਵਾਲਾ ਪਾਣੀ, ਨਾ ਸਾਡੇ ਕੋਲ ਦਵਾਈਆਂ, ਨਾ ਖਾਣ ਨੂੰ, ਨਾ ਅਸੀਂ ਵਾਪਸ ਆ ਸਕਦੇ ਹਾਂ। ਕੰਪਨੀ ਚਲੀ ਗਈ ਹੈ, ਸਾਨੂੰ ਇੱਥੇ ਛੱਡ ਗਈ। ਤਾਂ ਉਦੋਂ ਹੀ ਮੈਂ ਮਿਨਿਸਟਰ ਨੂੰ ਪੁੱਛਿਆ, ਆਪਣੇ ਸੀਨੀਅਰ ਮਿਨਿਸਟਰ ਕ੍ਰਿਸ਼ਨਾ ਜੀ ਨੂੰ, ਤਾਂ ਉਦੋਂ ਹੀ ਅਸੀਂ ਹਦਾਇਤ ਕੀਤੀ। ਸਾਡੇ ਜਿਹੜੇ ਐਂਬੈਸਡਰ ਮਨੀ ਮੇਖਲਾਈ ਸੀਗੀ, ਉਹਨਾਂ ਨੇ 1200 ਕਿਲੋਮੀਟਰ ਦੂਰ ਬੈਨਗਾਜ਼ੀ ਬੰਦੇ ਆਪਣੇ ਐਮਬੈਸੀ ਤੋਂ ਭੇਜੇ, ਹਰ ਹਫਤੇ ਭੇਜਦੇ ਥੀ। ਉਹਨਾਂ ਨੂੰ ਸਾਰਾ ਕੁਝ ਖਾਣ ਪੀਣ ਦਾ, ਦਵਾਈਆਂ ਦਾ ਇੰਤਜ਼ਾਮ ਕੀਤਾ। ਫਿਰ ਨੈਗੋਸੀਏਸ਼ਨ ਕਰਕੇ $500 ਜਿਹੜਾ ਉਹਨਾਂ ਦਾ ਫੀਸ ਥੀ, ਐਗਜ਼ਿਟ ਫੀ, ਉਹ ਮਾफ़ ਕਰਾਈ। ਫਿਰ ਵਿਆਲਾ ਰਵੀ ਜੀ ਤੋਂ, ਓਵਰਸੀਜ਼ ਮਿਨਿਸਟਰੀ ਤੋਂ, ਮੈंने ਇਹਨਾਂ ਦੇ ਟਿਕਟ ਆਪਣੀ ਪਰਸਨਲ ਗਾਰੰਟੀ ਦੇ ਕੇ ਟਿਕਟ ਕਰਵਾਏ, ਔਰ ਸਾਰਿਆਂ ਨੂੰ ਵਾਪਸ 800 ਨੂੰ ਘਰ ਲੈ ਕੇ ਆਏ ਜੀ। ਉਸ ਦੇ ਬਾਵਜੂਦ ਮੇਰੇ ਖਿਆਲ 'ਚ ਕਈ ਸੀਗੇ ਜਿਹੜੇ ਡੈਡ ਬੋਡੀ ਨਹੀਂ ਲਿਆ ਸਕਦੇ। ਬਹੁਤ ਇੰਸਟੈਂਸਸ ਹੋਏ, ਕਈਆਂ ਦੀ ਫੈਸਿਲਿਟੇਸ਼ਨ ਕਰਵਾਈ। ਔਰ ਫਿਰ ਜਿਹੜੀ ਦੁਬਈ ਦੇ ਵਿੱਚ 17 ਬੰਦੇ, 16 ਪੰਜਾਬ ਤੋਂ, 1 ਹਰਿਆਣੇ ਤੋਂ ਉਪਰਾਲਾ ਕੀਤਾ, ਜਿਹਦੇ ਵਿੱਚ ਸਾਡਾ ਸਾਥ ਬਹੁਤ ਵਧੀਆ ਤਰੀਕੇ ਦੇ ਨਾਲ SP ਓਬਰੋਏ ਜੀ ਨੇ ਕੀਤਾ, ਜੋ ਆਗੂ ਲੱਗੇ। ਔਰ ਪੂਰੀ ਹਮਦਰਦ ਗਵਰਨਮੈਂਟ ਨੇ ਮੇਰੇ ਰਾਹੀਂ ਕੀਤੀ। ਅਸੀਂ ਉਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਏ ਜੀ। ਇਹ ਤਾਂ ਰਹੀ ਪੰਜਾਬੀਆਂ ਦੀ ਗੱਲ। ਤੁਹਾਡੀ ਕੌਂਸਟੀਚੁਐਂਸੀ ਪਟਿਆਲਾ ਲਈ ਤੁਸੀਂ ਬਤੌਰ ਮਿਨਿਸਟਰ ਜਾਂ ਬੀਇੰਗ ਐ CM's ਵਾਈਫ ਤੁਸੀਂ ਕੀ ਕੁਝ ਕੀਤਾ ਇੱਥੇ? ਦੇਖੋ, ਆਈ ਵਾਜ਼ ਨਾਟ CM's ਵਾਈਫ ਜਦ ਮੈਂ ਮਿਨਿਸਟਰ ਸੀ। ਉਦੋਂ ਇੱਥੇ ਬਾਦਲ ਸਰਕਾਰ ਸੀਗੀ। ਉਦੋਂ ਮੈਂ ਬਨੂੜ ਟੱਪ ਦੇ ਸਾਰ ਤੁਸੀਂ ਜਾਓ ਤਾਂ ਸੱਜੇ ਪਾਸੇ ਬਹੁਤ ਵਧੀਆ ਇੱਕ ਕੰਪਲੈਕਸ ਤਿਆਰ ਹੋ ਗਿਆ, ਚਾਲੂ ਹੋ ਗਿਆ ਇਸ ਸਾਲ, ਫੁੱਟਵੇਅਰ ਡਿਜ਼ਾਈਨ ਇੰਸਟੀਟਿਊਟ। ਕੋਈ 12-13 ਹੈਗੇ ਨੇ ਤਕਰੀਬਨ ਖਾਲੀ ਕੁੱਲ ਪੂਰੇ ਹਿੰਦੁਸਤਾਨ 'ਚ, ਬਹੁਤ ਪ੍ਰੈਸਟੀਜੀਅਸ ਨੇ। ਇਹਦੇ ਵਿੱਚ 1000 ਬੱਚਾ ਹਰ ਸਾਲ ਆਪਣੀ ਡਿਗਰੀ ਲੈ ਕੇ ਨੌਕਰੀ ਲਊਗਾ। ਔਰ ਉਹ 550 ਕਰੋੜ ਦਾ ਪ੍ਰੋਜੈਕਟ ਮੈਂ ਲੈ ਕੇ ਆਈ ਕਿ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ।
ਮੇਰੇ ਖਿਆਲ 'ਚ ਇਹ ਇੱਕ ਮੈਂ ਆਪਣੇ ਆਪ ਲਈ ਬਹੁਤ ਅੱਛੀ ਔਰ ਵੱਡੀ ਅਚੀਵਮੈਂਟ ਸਮਝਦੀ ਹਾਂ। ਰਜਿੰਦਰਾ ਹਸਪੀਟਲ ਦੇ ਵਿੱਚ 150 ਕਰੋੜ ਲੈ ਕੇ ਆਏ, ਬਾਕੀ ਕਈ ਕੰਮ ਕਰਵਾਏ, ਬਹੁਤ ਲੰਬੀ ਲਿਸਟ ਹੋਏਗੀ, ਉਹ ਮੈਂ ਇੰਨਾ ਟਾਈਮ ਹੈ ਨਹੀਂ ਕਿ ਮੈਂ ਤੁਹਾਨੂੰ ਦੱਸਾਂ। ਮਾਨੀ ਸਾਹਿਬ, ਤੁਸੀਂ 140 ਕਿਲੋਮੀਟਰ ਲੰਬਾ ਤੁਹਾਡੀ ਕੌਂਸਟੀਟੂਐਂਸੀ ਹੈ, ਰਾਈਟ ਫਰੋਮ ਲਾਲੜੂ ਟੂ ਖਨੌਰੀ ਅੱਜ। ਕਿਸ ਤਰ੍ਹਾਂ ਆਪਣਾ ਮੈਨੇਜ ਕਰਦੇ ਹੋ ਸਾਰੀ ਕੰਪੇਨਿੰਗ ਨੂੰ? ਦੇਖੋ, ਖੁਸ਼ਕਿਸਮਤੀ ਮੇਰੀ ਹੈ ਕਿ ਬਹੁਤ ਵਧੀਆ MLA ਔਰ ਜੋ ਹਲਕਾ ਦੇਖ ਰਹੇ ਨੇ 2 ਥਾਂ ਤੇ ਹੈਗੇ ਨੇ, ਔਰ ਉਹ ਪੂਰੇ ਦਿਲ ਦੇ ਨਾਲ ਔਰ ਪੂਰੀ ਲਗਨ ਦੇ ਨਾਲ ਪੂਰਾ ਟਾਈਮ ਦੇ ਕੇ ਆਪਣੇ ਆਪਣੇ ਹਲਕੇ ਦੇਖ ਰਹੇ ਹਨ ਔਰ ਇਹ ਮੁਹਿੰਮ ਨੂੰ ਚਲਾ ਰਹੇ ਨੇ। ਸੋ ਇਸ ਤਰ੍ਹਾਂ ਮੈਨੇਜ ਹੋ ਰਿਹਾ ਹੈ। ਮਾਨੀ ਸਾਹਿਬ, ਅਪੋਨੈਂਟਸ ਦੀ ਗੱਲ ਕਰੀਏ, ਤੁਹਾਡੇ ਖਿਲਾਫ 3 ਕੈਂਡੀਡੇਟ ਹੈਗੇ ਨੇ ਪਾਰਟੀਜ਼ ਦੇ। ਇੱਕ ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ ਤੋਂ, ਆਮ ਆਦਮੀ ਪਾਰਟੀ ਦੇ ਨੀਨਾ ਮਿੱਤਲ ਜੀ ਨੇ, ਔਰ ਨਵਾਂ ਪੰਜਾਬ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਜੋ ਸਿਟਿੰਗ MP ਨੇ। ਕਾਂਗਰਸ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ, ਕੀ ਸਮਝਦੇ ਹੋ ਕਿਹਦੇ ਨਾਲ ਤੁਹਾਡਾ ਮੁਕਾਬਲਾ ਹੈਗਾ? ਮੁਕਾਬਲਾ ਮੈਂ ਹੁਣ ਵੀ ਕਹਿ ਕੇ ਹਟੀ ਹਾਂ, ਚਾਰੋਂ ਦੇ ਨਾਲ ਹੈ, ਤਿੰਨੋਂ ਦੇ ਨਾਲ ਹੈ। ਕੋਈ ਹੋਰ ਆ ਜਾਊਗਾ ਤਾਂ ਸਾਡੇ ਚਾਰੋਂ ਵਿੱਚ ਹੈ, ਕੋਈ ਹੋਰ ਆ ਗਿਆ ਉਹ ਵੀ ਹੋ ਜਾਊਗਾ, ਕਿਉਂਕਿ ਜੰਗ ਦੀ ਲੜਾਈ ਦੇ ਵਿੱਚ ਜਦ ਤੱਕ ਜਿੱਤ ਨਹੀਂ ਹਾਸਲ ਹੁੰਦੀ, ਮੁਕਾਬਲਾ ਜ਼ਰੂਰ ਹੁੰਦਾ ਸਾਰਿਆਂ ਦੇ ਨਾਲ ਆਪਸ ਦੇ ਵਿੱਚ। ਡਾਕਟਰ ਧਰਮਵੀਰ ਗਾਂਧੀ ਵੱਲੋਂ ਕਈ ਤਰ੍ਹਾਂ ਦੇ ਤੁਹਾਡੇ 'ਤੇ ਦੋਸ਼ ਲਗਾਏ ਜਾਂਦੇ ਨੇ ਵੀ ਇਨਸੈਸਿਬਿਲਿਟੀ ਹੈਗੀ ਹੈ, ਔਰ ਕਈ ਤਰ੍ਹਾਂ ਦੇ ਆਪਣੇ ਵੱਲੋਂ ਆਪਣਾ ਪ੍ਰਚਾਰ ਕਰ ਰਹੇ ਨੇ ਵੀ ਮੈਂ ਬਹੁਤ ਕੰਮ ਕੀਤਾ MP ਲੈਡ ਫੰਡ ਵਗੈਰਾ, ਔਰ ਤੁਹਾਡੇ ਵੱਲੋਂ ਪੁੱਛਦੇ ਨੇ 15 ਸਾਲ ਤੁਸੀਂ ਕੀ ਕੀਤਾ? ਪਹਿਲੇ ਤਾਂ ਮੈਂ ਉਹਨੂੰ ਪੁੱਛਣਾ ਚਾਹੁੰਦੀ ਕਿਹੜੇ ਪਿੰਡ ਜਾ ਕੇ ਆਏ ਨੇ ਉਹ 5 ਸਾਲਾਂ 'ਚ, ਹਲਕੇ 'ਚ ਕਿੱਥੇ ਕਿੱਥੇ ਫਿਰ ਕੇ ਆਏ ਨੇ, ਉਹਦਾ ਸਾਨੂੰ ਜਵਾਬ ਦਿਓ। ਕਿਉਂਕਿ ਪਿੰਡ ਪਿੰਡ ਮੈਂ ਜਾਂਦੀ ਹਾਂ ਤਾਂ ਕਹਿੰਦੇ ਅਸੀਂ ਤਾਂ ਦੇਖਿਆ ਹੀ ਨਹੀਂ, ਸ਼ਕਲ ਹੀ ਨਹੀਂ ਦੇਖੀ ਉਸਦੇ। ਉਹਨਾਂ ਨੂੰ ਬਿਨਾਂ ਦੇਖੇ ਵੋਟ ਪੈ ਗਈ ਸੀ ਇੱਕ ਸੋਚ ਦੇ ਉੱਤੇ। ਜਿੱਥੇ ਤੱਕ MP ਲੈਡ ਦੀ ਗੱਲ ਕਰਦੇ ਹਾਂ ਅਸੀਂ, ਮੈਂ ਕਹਿਣਾ ਚਾਹੁੰਦੀ ਹਾਂ ਉਹ ਸਾਡਾ ਫਰਜ਼ ਹੁੰਦਾ ਹੈ। ਠੀਕ ਹੈ, ਉਹਨਾਂ ਨੇ ਆਪਣੀ MP ਲੈਡ ਇਸਤੇਮਾਲ ਕੀਤੀ, ਬਹੁਤ ਵਧੀਆ ਗੱਲ ਕੀਤੀ, ਪਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਮੇਰੀ MP ਲੈਡ ਦੀ ਪਰਫਾਰਮੈਂਸ ਸੀ ਉਹ ਇੰਡੀਆ ਟੁਡੇ ਦੀ ਸਰਵੇ ਦੇ ਮੁਤਾਬਕ ਟੌਪ 10 ਹਿੰਦੁਸਤਾਨ ਤੇ MPs ਦੇ ਵਿੱਚ ਮੇਰਾ ਨਾਮ ਬੋਲਦਾ ਸੀ। ਸੋ ਇਹ ਜਵਾਬ ਹੈ ਡਾਕਟਰ ਗਾਂਧੀ ਨੂੰ। ਮਾਨੀ ਸਾਹਿਬ, ਗੱਲ ਕੀਤੀ ਜਾਵੇ, ਪ੍ਰੈਜ਼ੀਡੈਂਟ ਪੰਜਾਬ 'ਚ ਕਾਂਗਰਸ ਗਵਰਨਮੈਂਟ ਹੈ, ਔਰ ਤੁਸੀਂ ਬਿਲਕੁਲ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਪਾਵਰਫੁਲ ਹੈਗੇ ਹੋ, ਔਰ ਤੁਹਾਨੂੰ ਲੱਗਦਾ ਵੀ ਜੋ ਕਮਿਟਮੈਂਟਸ ਮਾਰੇ ਸਾਹਿਬ ਨੇ ਜਾਂ ਕਾਂਗਰਸ ਪਾਰਟੀ ਨੇ ਕੀਤੀਆਂ ਸੀਗੀਆਂ ਉਹ ਕਾਫੀ ਹੱਦ ਤੱਕ ਫੁੱਲਫਿਲ ਹੋ ਚੁੱਕੀਆਂ ਹੈਗੀਆਂ ਨੇ? ਦੇਖੋ, ਬਹੁਤ ਵਧੀਆ ਤਰੀਕੇ ਨਾਲ ਸ਼ੁਰੂਆਤ ਹੋ ਗਈ, ਇੱਕ ਪੜਾਅ ਫੁੱਲਫਿਲ ਹੋ ਗਿਆ, ਅੱਗੇ ਦੇ ਪੜਾਅ ਆਉਣਗੇ। ਹਲੇ 2 ਸਾਲ ਹੋਏ ਨੇ, ਕੁੜਕੀ ਕੀਤੀ ਹੋਈ ਸਾਨੂੰ ਸਰਕਾਰ ਮਿਲੀ, ਉਸ ਦੇ ਬਾਵਜੂਦ ਮੈਂ ਤਾਂ ਹੈਰਾਨ ਹਾਂ ਕਿ ਕਿਸ ਤਰੀਕੇ ਦੇ ਨਾਲ 2-2 ਲੱਖ ਰੁਪਇਆ ਜਿਹੜਾ ਇਹਨਾਂ ਨੇ ਪੰਜੀ ਵੀ ਨਹੀਂ ਦਿੱਤੀ 5-10 ਸਾਲਾਂ 'ਚ, ਨਾ ਇਹਨਾਂ ਨੇ ਨਾ ਸੈਂਟਰ ਸਰਕਾਰ ਨੇ ਜੀ। ਔਰ ਇਹ ਮਾਡਲ ਸਾਡੀ ਸਰਕਾਰ, ਸਾਡੀ ਪਾਰਟੀ ਨੇ ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼ 10 ਦਿਨਾਂ ਦੇ ਅੰਦਰ ਇਹ ਲਾਗੂ ਕਰਤਾ ਕਿ ਕਿਸਾਨਾਂ ਨੂੰ 2-2 ਲੱਖ ਮਿਲਿਆ। ਇਹ ਦੇ ਬਾਵਜੂਦ ਦਲਿਤ ਭਾਈਚਾਰੇ ਨੂੰ 50,000 ਮਾਫ ਹੋਇਆ, ਸਾਡੇ ਖੇਤ ਮਜ਼ਦੂਰ ਨੂੰ ਵੀ ਹੋਣ ਵਾਲਾ, ਅੱਗੇ ਦੂਜੇ ਪੜਾਅ 'ਚ ਦੂਜੇ ਕਿਸਾਨਾਂ ਨੂੰ ਹੋਣ ਲੱਗਿਆ। ਔਰ ਇਹ ਗਲਤ ਗੱਲ ਹੈ ਕਿ ਵਿਰੋਧੀ ਦਲ ਇਸ ਦੇ ਉੱਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਨ, ਕਿਉਂਕਿ ਮੈਂ ਤਾਂ ਉਹਨਾਂ ਨੂੰ ਪੁੱਛਦੀ ਹਾਂ ਕਿ ਉਹਨਾਂ ਨੂੰ ਬੁਰਾ ਲੱਗਦਾ ਕਿ ਇੱਕ ਪਿੰਡ ਦੇ ਵਿੱਚ 30-40 ਕਿਸਾਨਾਂ ਨੂੰ ਰਿਆਇਤ ਮਿਲੀ ਹੈ, 2-2 ਲੱਖ ਮਿਲਿਆ ਜੀ। ਇਹਨਾਂ ਨੂੰ ਇਹ ਨੈਗੇਟਿਵਿਟੀ ਦਾ ਮਤਲਬ ਹੈ ਕਿਸਾਨ ਵਿਰੋਧੀ ਨੇ ਜੇ ਇਹ ਜੀ ਗੱਲ ਕਰਦੇ ਨੇ। ਮਾਨੀ ਸਾਹਿਬ, ਗੱਲ ਕੀਤੀ ਜਾਵੇ, ਆਪਾਂ ਇੱਕ ਕਿਸਾਨੀ ਤੁਸੀਂ ਗੱਲ ਕੀਤੀ ਹੈ, ਨਸ਼ਿਆਂ ਦੀ ਵੀ ਗੱਲ ਸੀ ਚੱਲ ਰਹੀ, ਨਸ਼ੇ ਦਾ ਵੀ ਮਾਰੇ ਸਾਨੂੰ ਸਹੁੰ ਚੁੱਕੀ ਸੀ, ਨੌਕਰੀਆਂ ਦੀ ਵੀ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ। ਤੁਹਾਨੂੰ ਲੱਗਦਾ ਸਾਰੇ ਮੁੱਦੇ ਇੱਕ ਵਾਰੀ ਜਦੋਂ ਚੋਣ ਮੈਨੀਫੈਸਟੋ ਕਮੇਟੀ ਬਣੀ ਸੀ, ਇਹ ਇਲੈਕਸ਼ਨ ਜਿੱਤਣ ਲਈ ਹੀ ਸਾਰੇ ਪਾਏ ਗਏ ਸੀਗੇ? ਨਹੀਂ, ਬਿਲਕੁਲ ਨਹੀਂ, ਇਹ ਜ਼ਰੂਰਤ ਸੀ, ਉਸ ਸਮੇਂ ਦੀ ਜ਼ਰੂਰਤ ਸੀਗੀ, ਉਹ ਜ਼ਰੂਰਤ ਨੂੰ ਦੇਖ ਕੇ ਅਸੀਂ ਪਾਏ ਸੀ। ਔਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਅਸੀਂ 3 ਸਾਲਾਂ ਦੇ ਵਿੱਚ ਕੰਪਲੀਟ ਕਰਾਂਗੇ। ਘਰ ਘਰ ਨੌਕਰੀ ਦੇ ਉੱਤੇ ਮੈਂ ਦੱਸਣਾ ਚਾਹੁੰਦੀ ਹਾਂ, ਜੌਬ ਫੇਅਰਸ ਲੱਗੇ ਨੇ, 6 ਲੱਖ ਬੱਚਿਆਂ ਨੂੰ ਮਿਲ ਗਈ ਹੈ ਪਲੇਸਮੈਂਟ। ਔਰ ਤੁਸੀਂ ਹੋਰ ਦੱਸੋ, ਮੈਂ ਆਪਣੇ ਪਟਿਆਲੇ ਲੋਕ ਸਭਾ ਹਲਕੇ ਦੀ ਗੱਲ ਕਰਦੀ ਹਾਂ ਕਿ ਚਮਾਰੂ ਪਿੰਡ ਦੇ ਵਿੱਚ ਕੁਆਕ ਸਿਟੀ ਸ਼ੁਰੂਆਤ ਹੋ ਗਈ ਔਰ 2-2.5 ਸਾਲਾਂ ਦੇ ਵਿੱਚ ਮੁਕੰਮਲ ਹੋ ਜਾਊਗੀ। ਉੱਥੇ 20 ਤੋਂ 25 ਹਜ਼ਾਰ ਲੋਕਾਂ ਨੂੰ ਉੱਥੇ ਨੌਕਰੀ ਮਿਲੂਗੀ, ਤਾਂ ਇਹ ਬਹੁਤ ਵੱਡੀ ਗੱਲ ਹੈਗੀ ਹੈ। ਸਾਧਨ ਸ਼ੁਰੂ ਹੋ ਗਏ, ਸਾਧਨਾਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ। ਸੜਕਾਂ,
ਜੋ ਫੈਸਿਲਿਟੀਜ਼ ਮਿਲਣਗੀਆਂ ਇੰਡਸਟਰੀ ਲਾਗੂ ਹੋਣ ਨੂੰ। ਗੋਬਿੰਦਗੜ੍ਹ 'ਚ ਤੁਸੀਂ ਦੇਖ ਲਓ ਕਿੰਨੀ ਇੰਡਸਟਰੀ ਰਿਵਾਈਵ ਹੋ ਗਈ ਹੈ। ਇਹ ਸਾਧਨ ਹੀ ਬਣ ਰਿਹਾ ਜਿਹਦੇ ਵਿੱਚ ਨੌਕਰੀਆਂ ਮਿਲਣਗੀਆਂ। ਇਹ ਪਹਿਲੇ ਬੰਦ ਸੀ ਔਰ ਮੇਰੇ ਖਿਆਲ 'ਚ ਬਹੁਤ ਵਧੀਆ ਤਰੀਕੇ ਨਾਲ ਸਾਡੀ ਗਵਰਨਮੈਂਟ ਅੱਗੇ ਜਾ ਰਹੀ ਹੈ ਔਰ ਇਹ ਅਸੀਂ ਆਪਣੇ ਵਾਅਦੇ ਫੁੱਲਫਿਲ ਬਟ ਕਰਾਂਗੇ। ਆਪੋਜੀਸ਼ਨ ਇੱਕ ਐਲੀਗੇਸ਼ਨ ਲਾਉਂਦੀ ਹੈ ਵੀ ਜਿਹੜੀ ਨੌਕਰੀਆਂ ਨੇ ਪਹਿਲਾਂ ਹੀ ਕਾਲਜਸ ਵਿੱਚ ਯੂਨੀਵਰਸਿਟੀ ਵਿੱਚ ਪਲੇਸਮੈਂਟਸ ਆਉਂਦੀਆਂ ਸੀ, ਕੰਪਨੀਆਂ ਆਉਂਦੀਆਂ ਸੀ, ਉਹ ਕਰਵਾ ਕੇ ਲੈ ਜਾਂਦੇ ਸੀ, ਉਸੇ ਨੂੰ ਪੰਜਾਬ ਗਵਰਨਮੈਂਟ ਨੇ ਅਡਾਪਟ ਕਰ ਲਿਆ ਹੈਗਾ। ਨਹੀਂ, ਦੇਖੋ ਕਈ ਕਿਸਮ ਦੀਆਂ ਹੁੰਦੀਆਂ ਨੇ, ਇਹਨਾਂ ਨੇ ਕਿਉਂ ਨਹੀਂ ਅਡਾਪਟ ਕੀਤੀਆਂ? ਇਹ ਕਿਉਂ ਇਲਜ਼ਾਮ ਲਾਉਂਦੇ ਹੈ? ਜੇ ਇੱਥੇ ਹੀ ਮਿਲਦੀਆਂ ਨੇ ਤਾਂ ਇਹਨਾਂ ਨੇ ਕਿਉਂ ਨਹੀਂ ਜ਼ਿਆਦਾ ਯਤਨ ਕਰਕੇ ਜੌਬ ਫੇਅਰਸ ਲਾਏ, ਜਿਹੜੀ ਉਸ ਤੋਂ ਉੱਪਰ ਉੱਠ ਕੇ ਵੀ ਪ੍ਰਾਈਵੇਟ ਕੰਪਨੀਜ਼ ਆਈਆਂ ਹੋਰ ਔਰ ਉਹ ਲੈ ਕੇ ਗਏ ਨੇ। ਤੁਸੀਂ ਸਮਝਦੇ ਹੋ ਸਾਰੀ ਪੰਜਾਬ ਗਵਰਨਮੈਂਟ ਦੀ ਕਾਰਗੁਜ਼ਾਰੀ ਇਸ ਪ੍ਰੈਜ਼ੀਡੈਂਟ ਇਲੈਕਸ਼ਨਸ ਤੇ ਅਫੈਕਟ ਕਰੇਗੀ? ਬਿਲਕੁਲ ਬਿਲਕੁਲ ਇਫੈਕਟ ਕਰੂਗੀ। ਚੰਗੀ ਕਾਰਗੁਜ਼ਾਰੀ ਸਮਝਦੇ ਹੋ? ਬਿਲਕੁਲ ਚੰਗੀ ਕਾਰਗੁਜ਼ਾਰੀ ਹੈ। ਗੱਲ ਕੀਤੀ ਜਾਵੇ ਜਿਹੜੇ ਤੁਹਾਡੇ ਐਮਐਲਏ ਦੀ ਪਰਫਾਰਮੈਂਸ ਦੀ, ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਉਹ ਹਲਕੇ 'ਚ ਕੰਮ ਕਰ ਰਹੇ ਨੇ। ਕਈ ਐਮਐਲਏ ਦੇ ਖਿਲਾਫ ਕਈ ਤਰ੍ਹਾਂ ਦੀ ਸ਼ਿਕਾਇਤਾਂ ਵੀ ਨੇ, ਹਲਕਾ ਇੰਚਾਰਜ ਦੇ ਖਿਲਾਫ ਸ਼ਿਕਾਇਤਾਂ ਆ ਰਹੀਆਂ ਨੇ, ਉਹਨੂੰ ਉਸ ਕਿਸ ਤਰ੍ਹਾਂ ਐਡਰੈਸ ਕਰੋਗੇ ਸਾਰੀ ਚੀਜ਼ ਨੂੰ? ਦੇਖੋ ਮੈਜੋਰਿਟੀ ਬੰਦੇ ਖੁਸ਼ ਹੈ ਜ਼ਰੂਰ। ਜੇ ਕੰਮਕਾਜ ਹੁੰਦੇ ਨੇ 100%, ਕਿਤੇ ਵੀ ਨਹੀਂ ਕੰਮਕਾਜ ਹੁੰਦੇ, ਕਿਸੇ ਤੋਂ ਵੀ ਨਹੀਂ ਹੁੰਦੇ, ਤਾਂ ਜਿਨ੍ਹਾਂ ਦੇ ਕੰਮ ਨਹੀਂ ਹੁੰਦੇ ਉਹ ਨਾਰਾਜ਼ ਹੋ ਜਾਂਦੇ ਨੇ। ਸੋ ਇਹ ਗੱਲਾਂ ਤਾਂ ਚੱਲਦੀਆਂ ਰਹਿਣਗੀਆਂ, ਪਰ ਜਿਹੜੇ ਮੈਜੋਰਿਟੀ ਲੋਕ ਨੇ ਉਹ ਖੁਸ਼ ਨੇ। ਇਲੈਕਸ਼ਨ ਦੀ ਦੌਰ ਚੱਲ ਰਿਹਾ ਹੈ ਔਰ ਪਰਿਵਾਰ ਵੱਲੋਂ ਤੁਹਾਨੂੰ ਕਿੰਨੀ ਕੁ ਮਦਦ ਮਿਲ ਰਹੀ ਹੈ? ਪਰਿਵਾਰ ਦੇ ਕਿੰਨੇ ਤੁਹਾਡੇ ਮੈਂਬਰ ਆ ਰਹੇ ਨੇ ਤੁਹਾਡੀ ਕੰਪੇਨਿੰਗ ਵਾਸਤੇ? ਸਾਰੇ ਮੈਂਬਰ ਆ ਜਾਣਗੇ, ਮੇਰੇ ਪਰਿਵਾਰ ਹੀ ਜਾਂਦੇ ਹੈ, ਪਰ ਮੈਂ ਤਾਂ ਕਹਿੰਦੀ ਹਾਂ ਪਟਿਆਲਾ ਹੀ ਮੇਰਾ ਪਰਿਵਾਰ ਹੈ, ਇਹੀ ਸਾਰਾ ਕੁਝ ਕਰਨਗੇ। ਔਰ ਜਿਹੜੇ ਐਮਐਲਏ ਨੇ ਉਹ ਵੀ ਸਾਡੀ ਇੱਕ ਪਰਿਵਾਰਿਕ ਸਾਂਝ ਹੈਗੀ ਹੈ ਔਰ ਮੇਰੇ ਖਿਆਲ 'ਚ ਮੇਰੀ ਕੋਈ ਕਿਸੇ ਐਮਐਲਏ ਕਿਸੇ ਜੋ ਹਲਕਾ ਦੇਖ ਰਹੇ ਹੈ 2 ਬੰਦੇ, ਉਹਨਾਂ ਦੇ ਨਾਲ ਕੋਈ ਮਤਭੇਦ ਨਹੀਂ, ਉਹ ਜਾਨ ਲਗਾ ਕੇ ਕੰਮ ਕਰ ਰਹੇ ਨੇ। ਪਿੱਛੇ ਜੇ ਐਸੀਆਂ ਕੁਝ ਡਿਵੈਲਪਮੈਂਟਸ ਹੋ ਗਈਆਂ ਸੀ, ਕੁਝ ਐਸੇ ਵਿਅਕਤੀ ਤੁਹਾਡੀ ਪਾਰਟੀ ਸ਼ਾਮਲ ਹੋ ਗਏ ਸੀ ਜਿਨ੍ਹਾਂ ਨੂੰ ਤੁਸੀਂ ਡਿਸਐਸੋਸੀਏਟ ਕਰਤਾ ਸੀ ਬਾਅਦ 'ਚੋਂ, ਕੀ ਸਮਝਦੇ ਹੋ ਪਾਰਟੀ ਦੇ ਅੰਦਰ ਹੈ ਜਾਂ ਬਾਹਰ ਹੀ ਨੇ ਹਲੇ? ਦੇਖੋ ਜੇ ਪਾਰਟੀ ਨੇ ਡਿਸਐਸੋਸੀਏਟ ਕਰ ਲਿਆ ਉਹ ਡਿਸਐਸੋਸੀਏਟਡ ਹੀ ਨੇ। ਉਹ ਨਾਲ ਨਹੀਂ ਤੁਰਨ, ਪਰ ਉਹ ਕਹਿ ਰਹੇ ਨੇ ਤੁਹਾਡੀ ਸਪੋਰਟ ਕਰਾਂਗੇ। ਚਲੋ ਸਪੋਰਟ ਹਰ ਇੱਕ ਦਾ ਹੱਕ ਹੈ, ਉਹਨਾਂ ਨੇ ਕਿਸੇ ਨੂੰ ਸਪੋਰਟ ਕਰਨਾ ਹੈ, ਜੇ ਸਾਡੀ ਪਾਰਟੀ ਅੱਛੀ ਲੱਗੀ ਉਹਨਾਂ ਨੂੰ ਤਾਂ ਸਪੋਰਟ ਕਰ ਦੇਣਗੇ। ਜੀ ਗੱਲ ਕੀਤੀ ਜਾਵੇ ਕਈ ਵਾਰੀ ਜਦੋਂ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੀ ਤਾਂ ਬੜੀ ਵੱਡੀਆਂ ਬੁੱਕਸ ਛਪ ਗਈਆਂ ਸੀ ਆਫਟਰ ਇੰਦਰਾ ਵੂ। ਸੀਐਮ ਸਾਹਿਬ ਵੀ ਆਪਣੇ ਪਹਿਲਾਂ ਕਿਹਾ ਸੀ ਵੀ ਇਲੈਕਸ਼ਨ ਮੈਂ ਨਹੀਂ ਲੜਾਂਗਾ। ਤੁਹਾਡੀ 5th ਲੋਕ ਸਭਾ ਇਲੈਕਸ਼ਨ ਹੈ, ਇਸ ਵਾਰੀ ਤੁਸੀਂ ਜਿੱਤ ਜਾਓਗੇ, ਅਗਲੀ ਵਾਰੀ ਵੀ ਲੜੋਗੇ ਜਾਂ ਫੈਮਿਲੀ 'ਚੋਂ ਕਿਸੇ ਨੂੰ ਆਪਣਾ ਬੈਟਨ ਫੜਾਓਗੇ? ਪੱਲੇ ਅਸੀਂ ਇਹ ਪੜਾਓ ਕਰ ਲਈਏ, ਫਿਰ ਜਿਸ ਤਰ੍ਹਾਂ ਟਾਈਮ ਆਊਗਾ ਤੁਹਾਡੇ ਸਾਹਮਣੇ ਅਸੀਂ ਰੱਖ ਦਾਂਗੇ। ਜੀ ਥੈਂਕ ਯੂ ਮੈਡਮ। ਇਹ ਸਨ ਮਾਨਣੀ ਪਰਨੀਤ ਕੌਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ, ਜੋ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਇਲੈਕਸ਼ਨ ਲੜ ਰਹੇ ਨੇ। 5ਵੀਂ ਵਾਰ ਇਹ ਚੋਣ ਲੜ ਰਹੇ ਨੇ, 3 ਵਾਰੀ ਇਹ ਜਿੱਤ ਹਾਸਲ ਕੀਤੀ ਸੀ, ਇਸ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਮੌਜੂਦਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਦੇ ਨਾਲ ਔਰ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਹੈਗੇ ਸੁਰਜੀਤ ਸਿੰਘ ਰੱਖੜਾ ਔਰ ਆਮ ਆਦਮੀ ਪਾਰਟੀ ਦੇ ਨੀਨਾ ਮਿੱਤਲ, ਇਹਨਾਂ ਨਾਲ ਆਪਣਾ ਮੁਕਾਬਲਾ ਸਮਝਦੇ ਨੇ। ਇਹਨਾਂ ਨੇ ਕਿਹਾ ਵੀ ਤਿੰਨਾਂ ਨਾਲ ਮੇਰਾ ਮੁਕਾਬਲਾ ਹੈਗਾ ਔਰ ਆਉਂਦੇ ਸਮੇਂ ਤੱਕ ਇਹਨਾਂ ਨੂੰ ਵਿਸ਼ਵਾਸ ਹੈ ਵੀ ਇਸ ਸੀਟ ਤੋਂ ਪੂਰੀ ਜਿੱਤ ਪ੍ਰਾਪਤ ਕਰਨਗੇ। ਇੱਕ ਮਾਂ ਬੋਰਡ ਦੀ ਛਾਂ ਤੇ ਰੱਬ ਦਾ ਨਾਮ ਪਿਆਰੇ, ਇੱਕੋ ਜਿਹੇ ਬੋਰਡ ਦੀ ਛਾਂ ਦੇ ਹੇਠਾਂ ਇਸ ਵਕਤ ਅਸੀਂ ਖੜੇ ਹਾਂ। ਜਲੰਧਰ ਦੇ ਪਿੰਡ ਢੱਡਾ ਦੀ ਸੱਥ ਦੇ ਵਿੱਚ ਮੌਜੂਦ ਹਾਂ। ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਪੱਖਿਆ ਹੋਇਆ, ਚੋਣਾਂ ਸਿਰ ਤੇ ਆ ਚੁੱਕੀਆਂ ਨੇ, ਫਾਸਲਾ ਲਗਾਤਾਰ VOTING ਦਾ ਘਟਦਾ ਜਾ ਰਿਹਾ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਪੂਰਾ ਸਿਖਰਾਂ ਉੱਤੇ ਹੈਗਾ, ਆਮ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਔਰ ਆਮ ਲੋਕ, ਪਿੰਡਾਂ ਦੇ ਲੋਕ ਖਾਸ ਤੌਰ ਤੇ ਇਹਨਾਂ ਵੋਟਾਂ ਨੂੰ ਲੈ ਕੇ ਕੀ ਸੋਚਦੇ ਹੈਗੇ ਨੇ, ਕਿਉਂਕਿ 5 ਸਾਲ ਪਹਿਲਾਂ ਵੀ ਇਹਨਾਂ ਲੋਕਾਂ ਨੇ ਲੋਕ ਸਭਾ ਚੋਣਾਂ ਦੇ ਵਾਸਤੇ ਵੋਟਾਂ ਪਾਈਆਂ ਸਨ। ਇੱਕ ਵਾਰ ਫਿਰ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਵਾਸਤੇ ਇਹ ਲੋਕ ਜਾ ਰਹੇ ਹੈਗੇ ਨੇ। ਸੱਥ ਦੇ ਵਿੱਚ ਲੋਕ ਬੈਠੇ ਹੈਗੇ ਨੇ, ਉਮਰ ਦਰਾਜ਼ ਲੋਕ ਹੈਗੇ ਨੇ, ਨੌਜਵਾਨ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਉਹ ਸੋਚਦੇ ਹੈਗੇ ਨੇ, ਕਿਸ ਤਰੀਕੇ ਨਾਲ ਇਹਨਾਂ ਚੋਣਾਂ ਨੂੰ ਲੈਂਦੇ ਹੈਗੇ ਨੇ। ਉਸਤਾਦ ਜੀ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਵੋਟਾਂ ਆ ਗਈਆਂ ਨੇ, ਮਾਹੌਲ ਪੂਰੀ ਤਰ੍ਹਾਂ ਨਾਲ ਗਰਮ ਹੈ, ਕੀ ਸੋਚਦੇ ਹੋ ਇਸ ਵਾਰ ਕਿਵੇਂ ਦੀਆਂ ਵੋਟਾਂ ਰਹਿਣ ਵਾਲੀਆਂ ਨੇ, ਕੀ ਸੋਚ ਕੇ ਵੋਟ ਪਾਉਣ ਜਾਓਗੇ? ਸੋਚਣਾ ਕੀ ਆ, ਵੋਟਾਂ ਅੱਗੇ ਵਾਲੀ ਗੱਲ ਹੋਣੀ ਆ ਵੀ ਲੋਕ ਵਾਅਦੇ ਕਰਕੇ ਚਲ ਜਾਂਦੇ, ਮੁੜ ਕੇ ਕੋਈ ਪਿੰਡਾਂ 'ਚ ਵੜਦਾ ਨਹੀਂਗਾ। ਜਿਹੜਾ MP ਚੁਣਿਆ ਸੀ ਉਹਨੇ ਕੋਈ ਸਾਰ ਨਹੀਂ ਲਈ ਆ ਕੇ? ਕੋਈ ਨਹੀਂ ਇਸੇ ਬੜਿਆ, ਵਾਅਦੇ ਕਰ ਜਾਂਦੇ, ਕੋਈ ਨਹੀਂ ਪਿੰਡਾਂ 'ਚ ਵੜਦਾ ਮੁੜ ਕੇ। ਹਾਂ
ਕੀ ਚਾਹੁੰਦੇ ਹੋ, ਕਿੱਦਾਂ ਦੀ ਸਰਕਾਰ ਹੋਵੇ, ਕਿੱਦਾਂ ਦਾ ਨੁਮਾਇੰਦਾ ਚੁਣਨਾ ਚਾਹੁੰਦੇ ਹੋ? ਨੁਮਾਇੰਦਾ ਜਿਹੜਾ ਲੋਕਾਂ ਦੀ ਸੁਣੇ। ਇੱਥੇ ਤਾਂ ਇੱਕ ਆਮ ਕੋਟੇਸ਼ਨ ਹੈ, ਮਤਲਬ ਡੈਮੋਕ੍ਰੇਸੀ ਦੀ, ਗਵਰਨਮੈਂਟ ਇਜ਼ ਆਫ ਦੀ ਪੀਪਲ, ਬਾਈ ਦੀ ਪੀਪਲ ਐਂਡ ਫਾਰ ਦੀ ਪੀਪਲ। ਇੱਥੇ ਤਾਂ ਉਹ ਜਿਹੜੇ 3 ਪ੍ਰੋਪੋਜੀਸ਼ਨ ਲੱਗੀਆਂ, ਤਿੰਨੇ ਹੀ ਗਲਤ ਲੱਗੀਆਂ ਆ। ਇੱਥੇ ਗਵਰਨਮੈਂਟ ਇਜ਼ ਆਫ ਦੀ ਪੀਪਲ, OFF ਆਫ, ਗਵਰਨਮੈਂਟ ਇਜ਼ ਬਾਈ ਦੀ ਪੀਪਲ, BU ਬਾਈ ਵੀ ਖਰੀਦੀ ਜਾ ਸਕਦੀ ਆ। ਗਵਰਨਮੈਂਟ ਇਜ਼ ਫਾਰ ਦੀ ਪੀਪਲ, FOR ਨਹੀਂ, FAR ਫਾਰ। ਲੋਕਾਂ ਦੇ, ਆਮ ਆਦਮੀ ਤੋਂ ਬਹੁਤ ਪਰੇ ਆ ਸਰਕਾਰ। ਕੁਝ ਜਿਹੜੇ ਹੋਰ ਨੌਜਵਾਨ ਵੀ ਸਾਡੇ ਨਾਲ ਇੱਥੇ ਮੌਜੂਦ ਹੈਗੇ ਨੇ, ਕੁਝ ਹੋਰ ਲੋਕ ਜਿਹੜੇ ਸਾਥ ਦੇ ਵਿੱਚ ਬੈਠੇ ਨੇ। ਤੁਸੀਂ ਕੀ ਕਹਿੰਦੇ ਹੋ ਭਾਜੀ? ਜਿਵੇਂ ਬਜ਼ੁਰਗਾਂ ਦੀ ਗੱਲ ਹੈਗੀ ਹੈ ਕਿ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਹੈ, ਬਦਲਾਅ ਚਾਹੁੰਦੇ ਹੈਗੇ ਨੇ, ਤੁਹਾਡੇ ਮੁਤਾਬਕ ਨੌਜਵਾਨ ਕਿੰਨੇ ਕੁ ਸੰਤੁਸ਼ਟ ਨਜ਼ਰ ਆਉਂਦੇ ਨੇ ਸਰਕਾਰ ਤੋਂ, ਜਾਂ ਕੀ ਸੋਚ ਕੇ ਨੌਜਵਾਨ ਵੋਟ ਪਾਉਣ ਨਿਕਲੇ? ਲੰਬੇ ਵੱਡੇ ਵਾਅਦੇ ਕੀਤੇ ਆ, ਬਾਅਦ ਵਿੱਚ ਇਹਨਾਂ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਹੁਣ ਤੱਕ ਕੀਤਾ। ਮੇਰੇ ਅਨੁਸਾਰ ਜਿਹੜਾ ਕੋਈ ਵੀ ਮਤਲਬ ਇਹ ਮਤਲਬ ਆਪਣਾ ਜਿਹੜਾ ਪੱਤਰ ਚੁਣਦੇ ਹੈਗੇ ਆ ਆਪਣਾ, ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਚੋਣ ਮਨੋਰਥ ਪੱਤਰ ਜਿਹੜਾ ਹੈਗਾ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਜੇਕਰ ਕੋਈ ਮਤਲਬ ਨਹੀਂ ਉਹ ਲੋਕਾਂ ਦੇ ਨਾਲ ਵਾਅਦਾ ਕਰਦਾ ਪੂਰਾ, ਤੇ ਉਹਨੂੰ ਮਤਲਬ ਉਸ ਪਾਰਟੀ ਨੂੰ ਲਗਭਗ ਸਜ਼ਾ ਵੀ ਹੋਣੀ ਚਾਹੀਦੀ ਹੈਗੀ, ਕਿਉਂਕਿ ਤੂੰ ਮਤਲਬ ਜਿਹੜਾ ਹੈਗਾ ਲੋਕਾਂ ਨਾਲ ਵਾਅਦਾ ਕਰਕੇ ਉਹ ਮਤਲਬ ਉਹਨਾਂ ਦੇ ਜਿਹੜੇ ਕੰਮ ਪੂਰੇ ਨਹੀਂ ਕੀਤੇ, ਉਹਨੂੰ ਸਜ਼ਾ ਜ਼ਰੂਰ ਹੋਣੀ। ਤੁਸੀਂ ਅੰਕਲ ਜੀ ਕੁਝ ਕਹਿਣਾ ਚਾਹੋਗੇ, ਖਾਸ ਤੌਰ ਤੇ ਜਿਵੇਂ ਹਰ ਸਰਕਾਰ ਦੇ ਵੱਲੋਂ, ਹਰ ਪਾਰਟੀ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਸਾਡੀ ਸਰਕਾਰ ਬਣੂਗੀ, ਅਸੀਂ ਜਿਹੜੇ ਬਜ਼ੁਰਗ ਲੋਕ ਹੈਗੇ ਨੇ ਉਹਨਾਂ ਨੂੰ ਆਹ ਸਹੂਲਤਾਂ ਦੇਵਾਂਗੇ, ਆਹ ਕੁਝ ਕਰਾਂਗੇ ਉਹਨਾਂ ਵਾਸਤੇ। ਕੁਝ ਹੋਇਆ ਜਾਂ ਕੀ ਚਾਹੁੰਦੇ, ਕੀ ਕਰਨਾ ਚਾਹੀਦਾ? ਕਰਨਾ ਕੀ ਚਾਹੀਦਾ? ਜੋ ਸਰਕਾਰਾਂ ਕਰਦੀਆਂ ਨਾ, ਕਹਿੰਦੀਆਂ ਵਾਅਦੇ ਕਰਦੀਆਂ, ਪਰ ਵਾਅਦਾ ਪੂਰਾ ਕੋਈ ਨਹੀਂ ਕਰਦਾ। ਇਹਨਾਂ ਸਰਕਾਰਾਂ ਨੂੰ ਚਾਹੀਦਾ ਵੀ ਵਾਅਦੇ ਆਪਣੇ ਪੂਰੇ ਕਰਨ, ਤਾਂ ਇਹ ਪਿੰਡਾਂ ਵਿੱਚ ਆਉਣ ਵੋਟ ਮੰਗਣ। ਪਿੰਡ ਦੀ ਸੱਥ ਦੇ ਵਿੱਚ ਬੈਠੇ ਕੁਝ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਆ, ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਵੋਟਾਂ ਨੂੰ ਲੈ ਕੇ ਕੀ ਕੁਝ ਉਹਨਾਂ ਦੇ ਮਨ ਵਿੱਚ ਹੈਗਾ। ਲੋਕਾਂ ਦਾ ਇਹ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੀ ਕਾਰਗੁਜ਼ਾਰੀ ਰਹੀ ਹੈ ਕਿ ਬੇਸ਼ੱਕ ਸਰਕਾਰਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ, ਵੱਡੇ ਵਾਅਦੇ ਕੀਤੇ ਜਾਂਦੇ ਨੇ ਚੋਣਾਂ ਤੋਂ ਪਹਿਲਾਂ, ਪਰ ਚੋਣਾਂ ਤੋਂ ਬਾਅਦ ਸਭ ਸਰਕਾਰਾਂ, ਸਭ ਪਾਰਟੀਆਂ ਮੁੱਕਰ ਜਾਂਦੀਆਂ ਹੈਗੀਆਂ ਨੇ। ਇਹੀ ਕਹਿਣਾ ਲੋਕਾਂ ਦਾ ਕਿ ਸਰਕਾਰ ਜਾਂ ਪਾਰਟੀ ਜਿਹੜੇ ਵੀ ਵਾਅਦੇ ਕਰੇ ਚੋਣਾਂ ਤੋਂ ਪਹਿਲਾਂ, ਉਹਨਾਂ ਵਾਅਦਿਆਂ ਤੇ ਖਰੀ ਉਤਰੇ। ਔਰ ਨਾਲ ਦੀ ਨਾਲ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਹੈਗਾ ਕਿ ਜਿਹੜੀ ਵੀ ਪਾਰਟੀ ਵਾਅਦੇ ਕਰਦੀ ਹੈ, ਚੋਣ ਮਨੋਰਥ ਪੱਤਰ ਖਾਸ ਤੌਰ ਤੇ ਜੋ ਚੋਣ ਮਨੋਰਥ ਪੱਤਰ ਜਾਂ ਚੋਣ ਮੈਨੀਫੈਸਟੋ ਜਿਹੜਾ ਦਿਖਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਜਾਂਦੇ ਨੇ, ਉਸ ਨੂੰ ਲੀਗਲ ਡਾਕੂਮੈਂਟ ਬਣਾਉਣਾ ਚਾਹੀਦਾ, ਤਾਂ ਜੋ ਜਿਹੜੀ ਵੀ ਪਾਰਟੀ ਵੀ ਵਾਅਦਾ ਖਿਲਾਫੀ ਕਰਦੀ ਹੈ ਉਸ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਪਿੰਡਾਂ ਦੇ ਵਿੱਚ ਜਾ ਕੇ, ਕੁਝ ਹੋਰ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਦੀ ਰਾਏ ਤੁਹਾਨੂੰ ਜ਼ਰੂਰ ਵਿਖਾਵਾਂਗੇ ਕਿ ਲੋਕ ਚੋਣਾਂ ਨੂੰ ਲੈ ਕੇ ਕੀ ਕੁਝ ਸੋਚਦੇ ਹੈਗੇ ਨੇ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸ ਮਸੀਹ, PTC ਨਿਊਜ਼ ਜਲੰਧਰ।